हेलो स्टूडेंट्स, अज आप जो चैप्टर करन जा रहे हो चैप्टर का नाम है मैटल्स एंड नॉन मैटल्स। तो मैटल्स एंड नॉन मैटल्स 10th क्लास का वन ऑफ द वेरी इंपॉर्टेंट चैप्टर है। तो ये चैप्टर आप कर रहे हैं। देखो, सब तो पहला अबाउट 118 एलीमेंट्स आर नोन टूडे। देयर आर 90 मैटल्स एंड 22 नॉन मैटल्स एंड फ्यू आर मैटलॉइड्स। देखो, मैटल्स होंगे ने, नॉन मैटल्स होंगे ने, तो मैटलॉइड्स होंगे ने। हुण मैटल की होंगे, नॉन मैटल की होंगे, तो मैटलॉइड्स की होंगे ने। ये इन्हां दी आपां प्रॉपर्टीज़ तो जाणांगे। सब तो पहला मैटल्स बारे आप जान लीए, जिमें तुहाडा सोडियम, पोटाशियम, मैगनीशियम, एलूमीनीयम, कैल्शियम, आयरन, बेरीयम, ये थोड़े एग्जाम्पल है मैटल्स। एवें ऑक्सीजन, हाइड्रोजन, मतलब ਜਿਹੜੀਆਂ खासकर गैसिज ਹੁੰਦੀਆਂ ਨੇ ਉਹ ਕੀ ਨੇ ਆਪਣੇ ਨੋਨ ਮੈਟਲਸ ਹੈਗੇ ਨੇ। ਤਾਂ ਸਭ ਤੋਂ ਪਹਿਲਾਂ ਮੈਟਲਸ ਦੀ ਅਤੇ ਨੋਨ ਮੈਟਲਸ ਦੀ ਜਿਹੜੇ ਡਿਫਰੈਂਸ ਕਰਾਂਗੇ ਆਪਾਂ, ਉਹਦੇ ਤੋਂ ਹੀ ਆਪਾਂ ਨੂੰ ਪਤਾ ਚੱਲ ਜਾਣਾ ਵੀ ਇਹਨਾਂ ਵਿੱਚ ਇਹਨਾਂ ਦੇ ਫੀਚਰਸ ਕੀ ਨੇ ਜਾਂ ਇਹਨਾਂ ਦੀ ਪ੍ਰੋਪਰਟੀਜ਼ ਕੀ ਨੇ। ਜਿਹੜੇ ਮੈਟਲਸ ਹੁੰਦੇ ਨੇ ਬੱਚੇ, ਉਹ ਜਨਰਲੀ ਸੋਲਿਡ ਹੁੰਦੇ ਨੇ ਐਕਸੈਪਟ ਮਰਕਰੀ। ਠੀਕ ਹੈ, ਮਰਕਰੀ ਨੂੰ ਛੱਡ ਕੇ ਬਾਕੀ ਸਾਰੇ ਮੈਟਲਸ ਜਿਹੜੇ ਹੈਗੇ ਉਹ ਸੋਲਿਡ ਹੁੰਦੇ ਨੇ। ਕਲੀਅਰ। ਅਤੇ ਜਿਹੜੇ ਨੋਨ ਮੈਟਲਸ ਹੁੰਦੇ ਨੇ ਕੈਨ ਬੀ ਸੋਲਿਡ, ਲਿਕੁਇਡ ਔਰ ਜਿਵੇਂ ਕਾਰਬਨ ਜਿਹੜਾ ਸੋਲਿਡ ਵੀ ਹੋ ਸਕਦਾ, ਅਤੇ ਜਿਹੜੇ ਬਰੋਮੀਨ ਆ ਉਹ ਲਿਕੁਇਡ ਆ, ਅਤੇ H2 ਜਿਹੜਾ ਹੈਗਾ ਤੁਹਾਡਾ ਗੈਸ ਵੀ ਆ। ਕਲੀਅਰ। ਤਾਂ ਜਿਵੇਂ Hg ਆ, ਮਰਕਰੀ, ਇਹ ਐਕਸੈਪਸ਼ਨ ਆ। ਐਕਸੈਪਸ਼ਨ ਵੈਰੀ ਇੰਪੋਰਟੈਂਟ ਹੈਗੇ ਨੇ, ਅਤੇ ਐਕਸੈਪਸ਼ਨ ਆਪਾਂ ਜ਼ਰੂਰ ਕਰਨੀਆਂ ਨੇ। ਮਤਲਬ ਜਿਹੜਾ Hg ਆ, ਮਰਕਰੀ ਆ, ਉਹ ਚਾਹੇ ਮੈਟਲ ਆ ਬਟ ਉਹ ਲਿਕੁਇਡ ਹੁੰਦਾ ਐਟ ਰੂਮ ਟੈਂਪਰੇਚਰ। ਬਾਕੀ ਸਾਰੇ ਕੀ ਨੇ, ਸੋਲਿਡ ਨੇ। ਅਤੇ ਦੂਸਰੀ ਜਿਹੜੀ ਪ੍ਰੋਪਰਟੀ ਆਉਂਦੀ ਉਹ ਆਉਂਦੀ ਹੈ ਡਕਟਾਈਲ, ਮੈਲੇਬਲ। ਅਤੇ ਡਕਟਾਈਲ ਦਾ ਮਤਲਬ ਕੀ ਹੁੰਦਾ ਬੱਚੇ, ਵੀ ਡਰੋਨ ਇਨਟੂ ਵਾਇਰਸ। ਦ ਮੈਟਲਸ ਕੈਨ ਬੀ ਡਰੋਨ ਇਨਟੂ ਵਾਇਰਸ। ਅਤੇ ਮੈਲੇਬਲ ਦਾ ਮਤਲਬ ਕੀ ਹੁੰਦਾ, ਦੇ ਕੈਨ ਬੀ ਬਿਟਨ ਅਪ ਐਂਡ ਕਨਵਰਟਡ ਇਨਟੂ ਸ਼ੀਟਸ। ਮਤਲਬ ਸ਼ੀਟਸ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ, ਉਹਦੇ ਵਿੱਚ ਉਹਨੂੰ ਤਾਰਾਂ 'ਚ ਕਨਵਰਟ ਕੀਤਾ ਜਾ ਸਕਦਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜਾ ਸੋਨਾ ਹੁੰਦਾ ਨਾ, ਗੋਲਡ ਦਾ ਜਿਹੜੀ ਇੱਕ ਤਾਰ ਹੁੰਦੀ ਹੈ, ਜੇ 1 ਗ੍ਰਾਮ ਦੀ ਤਾਰ ਆਪਾਂ ਕਰੀਏ, ਉਹਦੀ ਬਣਾਈਏ, ਤਾਂ ਉਹ 1 ਕਿਲੋਮੀਟਰ ਤੱਕ ਜਾ ਸਕਦੀ ਹੈ। ਕਲੀਅਰ। ਤਾਂ ਐਵੇਂ ਜਿਹੜੇ ਨੋਨ ਮੈਟਲਸ ਨੇ, ਨੋਨ ਡਕਟਾਈਲ ਨੇ ਅਤੇ ਉਹ ਨੋਨ ਮੈਲੇਬਲ ਨੇ। ਅਤੇ ਥਰਡ ਜਿਹੜੀ ਪ੍ਰੋਪਰਟੀ ਉਹ ਹੈਗੀ ਹੈ ਸੋਨੋਰਸ। ਸੋਨੋਰਸ ਦਾ ਮਤਲਬ ਇਹ ਹੋਇਆ ਵੀ ਜਿਹੜੇ ਮੈਟਲਸ ਹੈਗੇ ਨੇ, ਵੈਨ ਦੇ ਆਰ ਹਿੱਟ, ਸੋ ਦੇ ਪ੍ਰੋਡਿਊਸ ਸਾਊਂਡ। ਜਦੋਂ ਉਹਨਾਂ ਨੂੰ ਹਿੱਟ ਕੀਤਾ ਜਾਂਦਾ ਤਾਂ ਸਾਊਂਡ ਪ੍ਰੋਡਿਊਸ ਕਰਦੇ ਨੇ। ਕਲੀਅਰ। ਤਾਂ ਉਹ ਸੋਨੋਰਸ ਨੇ। ਅਤੇ ਜਿਹੜੇ ਨੋਨ ਮੈਟਲਸ ਨੇ ਉਹ ਕੀ ਨੇ, ਨੋਨ ਸੋਨੋਰਸ ਨੇ। ਐਵੇਂ ਜਿਹੜੇ ਮੈਟਲਸ ਹੁੰਦੇ ਨੇ ਜਨਰਲੀ ਕੀ ਹੁੰਦੇ ਨੇ, ਲਸਟਰਸ ਹੁੰਦੇ ਨੇ, ਸ਼ਾਈਨ ਕਰਦੇ ਨੇ। ਜਦੋਂ ਵੀ ਮਤਲਬ ਆਪਾਂ ਦੇਖੀਏ ਤਾਂ ਆਮ ਕਰਕੇ ਜਿਵੇਂ ਗੋਲਡ, ਸਿਲਵਰ ਦੇਖਦੇ ਹਾਂ ਆਪਾਂ, ਲੋਹਾ ਦੇਖਦੇ ਹਾਂ ਨਾ, ਇਹ ਸਾਰੇ ਕੀ ਨੇ, ਸ਼ਾਈਨ ਕਰਦੇ ਨੇ। ਅਤੇ ਜਿਹੜੇ ਨੋਨ ਮੈਟਲਸ ਹੋ ਗਏ ਤਾਂ ਉਹਨਾਂ ਵਿੱਚ ਆਪਾਂ ਕੀ ਹੈ, ਨੋਨ ਲਸਟਰਸ ਹੁੰਦੇ ਨੇ ਐਕਸੈਪਟ ਆਇਓਡੀਨ। ਆਇਓਡੀਨ ਹੈਗਾ ਨੋਨ ਮੈਟਲ ਬਟ ਉਹ ਲਸਟਰਸ ਹੁੰਦਾ ਗਾ। ਠੀਕ ਹੈ, ਇਨ ਨੇਚਰ। ਅਤੇ ਇਹ ਤੋਂ ਬਾਅਦ ਆਪਾਂ ਦੇਖੀਏ ਮੈਟਲਸ ਐਂਡ ਨੋਨ ਮੈਟਲਸ ਦੇ ਜਿਹੜਾ ਮੈਲਟਿੰਗ ਪੁਆਇੰਟ ਹੁੰਦਾ ਉਹ ਕੀ ਹੁੰਦਾ, ਹਾਈ ਹੁੰਦਾ। ਠੀਕ ਹੈ, ਐਕਸੈਪਟ ਗੈਲੀਅਮ, ਜਿਵੇਂ ਲਾਓ ਤੁਸੀਂ ਹੈ ਨਾ, ਗੈਲੀਅਮ ਜਿਹੜਾ ਹੁੰਦਾ ਉਹਨਾਂ ਦਾ ਜਿਹੜਾ ਮੈਲਟਿੰਗ ਪੁਆਇੰਟ ਹੁੰਦਾ ਉਹ ਲੋ ਹੁੰਦਾ। ਐਵੇਂ ਲੋਅਰ ਮੈਲਟਿੰਗ ਪੁਆਇੰਟ ਹੁੰਦਾ ਦੈਨ ਮੈਟਲਸ, ਜਿਹਦਾ ਨੋਨ ਮੈਟਲਸ ਹੁੰਦੇ ਨੇ। ਅਤੇ ਜਨਰਲੀ ਗੁੱਡ ਕੰਡਕਟਰ ਹੁੰਦੇ ਨੇ ਹੀਟ ਐਂਡ ਇਲੈਕਟ੍ਰੀਸਿਟੀ ਦੇ, ਐਕਸੈਪਟ Pb ਐਂਡ Hg। ਲੈਡ ਅਤੇ ਮਰਕਰੀ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਮੈਟਲਸ ਹੈਗੇ ਨੇ ਬੱਚੇ, ਉਹ ਕੀ ਹੁੰਦੇ ਨੇ, ਉਹ ਗੁੱਡ ਕੰਡਕਟਰ ਹੁੰਦੇ ਨੇ ਇਲੈਕਟ੍ਰੀਸਿਟੀ ਦੇ। ਪਰ ਜਿਹੜੇ ਆਪਣੇ ਨੋਨ ਮੈਟਲਸ ਹੈਗੇ ਬੈਡ ਕੰਡਕਟਰ ਹੁੰਦੇ ਨੇ ਐਕਸੈਪਟ ਗ੍ਰੇਫਾਈਟ। ਗ੍ਰੇਫਾਈਟ ਨੂੰ ਛੱਡ ਕੇ, ਜਿਹੜੀ ਫੋਰਮ ਆਫ ਕਾਰਬਨ ਹੈਗਾ ਉਹਨੂੰ ਛੱਡ ਕੇ ਬਾਕੀ ਸਾਰੇ ਨੋਨ ਮੈਟਲਸ ਕੀ ਨੇ, ਮਤਲਬ ਬੈਡ ਕੰਡਕਟਰ ਹੈਗੇ ਨੇ। ਤਾਂ ਉਹ ਤੋਂ ਬਾਅਦ ਇਹ ਕੀ ਹੁੰਦੇ ਨੇ, ਰਿਐਕਟਿਵ ਹੁੰਦੇ ਨੇ, ਅਤੇ ਉਹ ਨੋਟ ਵੈਰੀ ਰਿਐਕਟਿਵ। ਅਤੇ ਇਹ ਆਇਨਿਕ ਬੌਂਡਿੰਗ ਇਜ਼ ਪ੍ਰੈਜੈਂਟ। ਇਹਨਾਂ ਵਿੱਚ ਆਇਨਿਕ ਬੌਂਡ ਪ੍ਰੈਜੈਂਟ ਹੁੰਦਾ। ਇਹਨਾਂ ਵਿੱਚ ਖਾਸ ਕਰਕੇ ਕੋਵੈਲੈਂਟ ਬੌਂਡ ਬਣਦੇ ਨੇ, ਜਿਹੜਾ ਕਿ ਆਪਾਂ ਹਾਈਡਰੋਜਨ ਬੌਂਡਿੰਗ ਇਜ਼ ਪ੍ਰੈਜੈਂਟ ਅਤੇ ਜਾਂ ਕੋਵੈਲੈਂਟ ਬੌਂਡਿੰਗ ਪ੍ਰੈਜੈਂਟ। ਹੁਣ ਮੈਟਲ ਜਿਹੜੇ ਹੈਗੇ ਨੇ ਉਹ ਬੱਚੇ ਫੋਰਮ ਕਰਦੇ ਨੇ ਮੈਟਲ ਬੇਸਿਕ ਆਕਸਾਈਡ। ਇਹ ਉਹਨਾਂ ਦੀ ਹੁਣ ਕੈਮੀਕਲ ਪ੍ਰੋਪਰਟੀਜ਼ ਆ ਗਈਆਂ। ਉਹ ਪਹਿਲਾਂ ਕੀ ਸੀਗੀਆਂ ਆਪਣੀਆਂ ਫਿਜ਼ੀਕਲ ਪ੍ਰੋਪਰਟੀਜ਼, ਦੇ ਵਿੱਚ ਕੀ ਆ, ਕੈਮੀਕਲ ਪ੍ਰੋਪਰਟੀਜ਼ ਆ ਗਈਆਂ। ਮੈਟਲ ਜਿਹੜੇ ਹੈਗੇ ਨੇ ਉਹ ਫੋਰਮ ਕਰਦੇ ਨੇ ਬੇਸਿਕ ਆਕਸਾਈਡਸ। ਅਤੇ ਮੈਗਨੀਸ਼ੀਅਮ ਜਿਹੜੇ ਮੈਗਨੀਸ਼ੀਅਮ ਆਕਸਾਈਡ ਜਿਵੇਂ ਹੋ ਗਿਆ, ਨੋਨ ਮੈਟਲ ਜਿਹੜੇ ਹੈਗੇ ਨੇ ਉਹ ਐਸਿਡਿਕ ਆਕਸਾਈਡ ਮਤਲਬ ਬਣਾਉਂਦੇ ਨੇ। ਜਿਹੜੇ ਮੈਟਲਸ ਹੋਣਗੇ ਜਦੋਂ ਉਹ ਆਕਸਾਈਡ ਫੋਰਮ ਕਰਨਗੇ ਤਾਂ ਉਹਨਾਂ ਦਾ ਨੇਚਰ ਬੇਸਿਕ ਹੋਊਗਾ, ਅਤੇ ਜਿਹੜੇ ਨੋਨ ਮੈਟਲ ਹੋਣਗੇ ਜਦੋਂ ਉਹ ਆਕਸਾਈਡ ਫੋਰਮ ਕਰਨਗੇ ਤਾਂ ਉਹਨਾਂ ਦਾ ਨੇਚਰ ਕੀ ਹੋਊਗਾ, ਐਸਿਡਿਕ ਹੋਊਗਾ। ਕਲੀਅਰ। ਜਿਵੇਂ ਸਲਫਰ ਡਾਈਆਕਸਾਈਡ ਅਤੇ ਜਿਵੇਂ ਕਾਰਬਨ ਡਾਈਆਕਸਾਈਡ। ਓਕੇ। ਤਾਂ ਆਰਗਨ ਅਤੇ ਕਾਪਰ ਆਰ ਬੈਸਟ ਕੰਡਕਟਰ ਆਫ ਆਰਗਨ ਨਹੀਂ, ਸੋਰੀ, Ag ਮਤਲਬ ਸਿਲਵਰ ਹੁੰਦਾ ਹੈ ਨਾ। ਸਿਲਵਰ ਅਤੇ ਕਾਪਰ ਜਿਹੜੇ ਹੈਗੇ ਉਹ ਦੋਨੋਂ ਬੈਸਟ ਕੰਡਕਟਰ ਨੇ ਕਿਤੇ, ਇਲੈਕਟ੍ਰੀਸਿਟੀ ਦੇ। ਮੈਟਲਸ ਐਂਡ ਨੋਨ ਮੈਟਲਸ ਕੈਨ ਬੀ ਡਿਸਟਿੰਗੁਇਸ਼ਡ on the basis of their physical and chemical properties. Some chemical properties show the
ਪ੍ਰੋਪਰਟੀਜ਼ ਆਫ ਬੋਥ ਦ ਮੈਟਲਸ ਐਂਡ ਨੋਨ ਮੈਟਲਸ ਆਰ ਕਾਲਡ ਦ ਮੈਟਲੋਇਡਸ। ਹੁਣ ਮੈਟਲੋਇਡਸ ਕੀ ਹੁੰਦੇ ਨੇ? ਮੈਟਲੋਇਡਸ ਉਹ ਐਲੀਮੈਂਟਸ ਹੁੰਦੇ ਨੇ ਜਿਨ੍ਹਾਂ ਵਿੱਚ ਦੋਨੋਂ ਕਰੈਕਟਰ ਹੁੰਦੇ ਨੇ ਜਿਹੜੇ ਮੈਟਲਸ ਦੇ ਹੁੰਦੇ ਨੇ ਅਤੇ ਨੋਨ ਮੈਟਲਸ ਦੇ ਹੁੰਦੇ ਨੇ। ਕਲੀਅਰ। ਤਾਂ ਨੈਕਸਟ ਆ ਗਿਆ ਆਪਣੇ ਕੈਮੀਕਲ ਪ੍ਰੋਪਰਟੀਜ਼। ਜਦੋਂ ਮੈਟਲ ਜਿਹੜੇ ਹੈਗੇ ਨੇ ਏਅਰ ਨਾਲ ਕੰਟੈਕਟ ਕਰਦੇ ਨੇ, ਦੇਖੋ ਏਅਰ ਨਾਲ ਕੰਟੈਕਟ ਕਰਨ 'ਤੇ ਉਹ ਆਕਸਾਈਡ ਬਣਾਉਂਦੇ ਨੇ। ਠੀਕ ਹੈ, ਕੀ ਬਣਾਉਂਦੇ ਨੇ? ਆਕਸਾਈਡ। ਤਾਂ ਇੱਥੇ ਲਿਖਿਆ ਦੇਖੋ ਮੈਟਲ ਪਲੱਸ ਆਕਸੀਜਨ ਇਜ਼ ਇਕੁਅਲ ਟੂ ਮੈਟਲ ਆਕਸਾਈਡ। ਜਿਵੇਂ ਕਿ ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਆਰ ਕੈਪਟ ਇਮਰਸਡ ਇਨ ਦ ਕੈਰੋਸਿਨ ਆਇਲ ਐਜ਼ ਦੇ ਰਿਐਕਟ ਵਿਗਰਸਲੀ ਵਿਦ ਏਅਰ ਐਂਡ ਕੈਚ ਫਾਇਰ। ਹੁਣ ਇਹਨਾਂ ਦੇ ਨਾ ਰਿਐਕਟੀਵਿਟੀ ਸੀਰੀਜ਼ ਦੇ ਅਕੋਰਡਿੰਗਲੀ ਜਿਹੜੇ ਬਹੁਤ ਜ਼ਿਆਦਾ ਰਿਐਕਟਿਵ ਐਲੀਮੈਂਟਸ ਹੈਗੇ ਨੇ ਜਾਂ ਬਹੁਤ ਜ਼ਿਆਦਾ ਰਿਐਕਟਿਵ ਮੈਟਲਸ ਹੈਗੇ ਨੇ ਉਹ ਜ਼ਿਆਦਾ ਤੇਜ਼ੀ ਨਾਲ ਰਿਐਕਟ ਕਰਦੇ ਨੇ। ਤਾਂ ਕਰਕੇ ਜਿਵੇਂ ਸੋਡੀਅਮ ਅਤੇ ਪੋਟਾਸ਼ੀਅਮ ਹੋ ਗਿਆ, ਆਪਾਂ ਨੂੰ ਪਤਾ ਹੀ ਆ ਰਿਐਕਟੀਵਿਟੀ ਸੀਰੀਜ਼ ਦੇ ਵਿੱਚ ਇਹ ਟੌਪ ਦੇ ਮੈਟਲਸ ਹੈਗੇ ਨੇ। ਤਾਂ ਇਹਨਾਂ ਨੂੰ ਨਾ ਕੈਰੋਸਿਨ ਆਇਲ ਦੇ ਵਿੱਚ ਰੱਖਿਆ ਜਾਂਦਾ ਤਾਂ ਕਿ ਇਹ ਵਿਗਰਸਲੀ ਮਤਲਬ ਰਿਐਕਟ ਨਾ ਕਰਨ ਏਅਰ ਨਾਲ। ਤਾਂ ਇਹ ਕੁਐਸਚਨ ਵੀ ਆਉਂਦਾ ਬੱਚੇ ਵੀ ਕੈਰੋਸਿਨ ਆਇਲ ਦੇ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਨੂੰ ਕਿਉਂ ਇਮਰਸ ਕਰਕੇ ਰੱਖਿਆ ਜਾਂਦਾ। ਨੈਕਸਟ ਆ ਗਿਆ ਸਮ ਮੈਟਲਸ ਲਾਈਕ ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ ਅਤੇ ਲੈਡ ਜਿਹੜੇ ਹੈਗੇ ਰਿਐਕਟ ਸਲੋਲੀ ਵਿਦ ਏਅਰ ਐਂਡ ਫੋਰਮ ਅ ਪ੍ਰੋਟੈਕਟਿਵ ਲੇਅਰ। ਇਹ ਜਿਹੜੇ ਮੈਗਨੀਸ਼ੀਅਮ ਹੋ ਗਿਆ, ਐਲੂਮੀਨੀਅਮ ਹੋ ਗਿਆ, ਜ਼ਿੰਕ ਹੋ ਗਿਆ ਅਤੇ ਇਹ ਲੈਡ ਹੋ ਗਿਆ, ਇਹ ਥੋੜ੍ਹਾ ਜਿਹਾ ਘੱਟ ਹੌਲੀ ਮਤਲਬ ਇਹ ਕੀ ਕਰਦੇ ਨੇ, ਉਹਨਾਂ ਨਾਲ ਰਿਐਕਟ ਕਰਦੇ ਨੇ। ਮੈਗਨੀਸ਼ੀਅਮ ਕੈਨ ਆਲਸੋ ਬਰਨਿੰਗ ਏਅਰ ਵਿਦ ਅ ਵਾਈਟ ਡੈਜ਼ਲਿੰਗ ਲਾਈਟ ਟੂ ਫੋਰਮ ਇਟਸ ਆਕਸਾਈਡ। ਅਤੇ ਮੈਗਨੀਸ਼ੀਅਮ ਜਿਹੜਾ ਹੈਗਾ ਉਹ ਵੀ ਥੋੜ੍ਹਾ ਜਿਹਾ ਬਰਨ ਜਦੋਂ ਕਰਦਾ ਏਅਰ ਦੇ ਵਿੱਚ ਡੈਜ਼ਲਿੰਗ ਲਾਈਟ ਜੀ ਫੋਰਮ ਕਰਦਾ, ਉਹ ਜਿਹੜੀ ਵਾਈਟ ਹੁੰਦੀ ਹੈ। ਓਕੇ। ਅਤੇ ਉਹ ਤੋਂ ਬਾਅਦ ਆਇਰਨ ਅਤੇ ਕਾਪਰ ਜਿਹੜੇ ਹੈਗੇ ਨੇ ਉਹ ਬਰਨ ਨਹੀਂ ਕਰਦੇ ਇਨ ਏਅਰ ਬਟ ਕੰਬਾਈਨ ਵਿਦ ਆਕਸੀਜਨ ਟੂ ਫੋਰਮ ਆਕਸਾਈਡ। ਆਇਰਨ ਫੀਲਿੰਗਸ ਬਰਨ ਵੈਨ ਸਪ੍ਰਿੰਕਲਡ ਓਵਰ ਦਾ ਫਲੇਮ। ਦੇਖੋ ਜਿਹੜੇ ਆਇਰਨ ਆ ਅਤੇ ਕਾਪਰ ਆ ਉਹਨਾਂ ਨੂੰ ਬਰਨ ਤਾਂ ਨਹੀਂ ਕੀਤਾ ਜਾ ਸਕਦਾ ਪਰ ਉਹ ਆਕਸਾਈਡ ਜ਼ਰੂਰ ਬਣਾਉਂਦੇ ਨੇ। ਬਟ ਜਿਹੜੀਆਂ ਆਇਰਨ ਫੀਲਿੰਗਸ ਹੁੰਦੀਆਂ ਨੇ ਉਹਨਾਂ ਨੂੰ ਜੇ ਸਪ੍ਰਿੰਕਲ ਕਰੀਏ ਨਾ ਆਪਾਂ ਫਲੇਮ ਦੇ ਉੱਤੇ ਤਾਂ ਉਹ ਜਲ ਜਾਂਦੀਆਂ ਨੇ। ਓਕੇ। ਤਾਂ ਉਹ ਤੋਂ ਬਾਅਦ ਜੇ ਆਪਾਂ ਕਰੀਏ ਮੈਟਲਸ ਲਾਈਕ ਸਿਲਵਰ, ਪਲੈਟੀਨਮ ਅਤੇ ਗੋਲਡ ਡੋਂਟ ਬਰਨ ਔਰ ਰਿਐਕਟ ਵਿਦ ਏਅਰ। ਹੁਣ ਆਪਾਂ ਨੂੰ ਪਤਾ ਵੀ ਜਿਹੜੇ ਸਿਲਵਰ ਹੋ ਗਏ, ਪਲੈਟੀਨਮ ਹੋ ਗਏ, ਗੋਲਡ ਹੋ ਗਏ, ਕਿਉਂਕਿ ਇਹ ਲੀਸਟ ਰਿਐਕਟਿਵ ਐਲੀਮੈਂਟਸ ਵਿੱਚ ਗਿਣੇ ਜਾਂਦੇ ਨੇ ਤਾਂ ਕਰਕੇ ਇਹ ਰਿਐਕਟ ਨਹੀਂ ਕਰਦੇ ਹੈਗੇ। ਕਲੀਅਰ। ਉਹ ਤੋਂ ਬਾਅਦ ਆਪਾਂ ਦੇਖੀਏ ਤਾਂ ਇਹਨਾਂ ਦੀਆਂ ਰਿਐਕਸ਼ਨਾਂ ਕੁਛ ਇਸ ਤਰ੍ਹਾਂ ਦੀਆਂ ਹੋਣਗੀਆਂ। ਸੋਡੀਅਮ ਪਲੱਸ ਆਕਸੀਜਨ ਇਜ਼ ਇਕੁਅਲ ਟੂ Na2O। ਠੀਕ ਹੈ, ਸੋਡੀਅਮ ਆਕਸਾਈਡ ਬਣਦਾ। MeMgO ਬਣਦਾ ਗਾ। MeCuO ਪਲੱਸ O2 CuO ਬਣਦਾ। ਐਲੂਮੀਨੀਅਮ ਪਲੱਸ O2 ਐਲੂਮੀਨੀਅਮ ਆਕਸਾਈਡ ਜਿਵੇਂ Al2O3 ਬਣਦਾ। ਤਾਂ ਇਹ ਕੁਛ ਉਹਨਾਂ ਦੀਆਂ ਰਿਐਕਸ਼ਨਸ ਹੈਗੀਆਂ ਨੇ। ਤਾਂ ਨੈਕਸਟ ਆਪਾਂ ਦੇਖਦੇ ਹਾਂ ਰਿਐਕਸ਼ਨ ਵਿਦ ਵਾਟਰ। ਜਦੋਂ ਹੁਣ ਰਿਐਕਸ਼ਨ ਵਾਟਰ ਨਾਲ ਹੁੰਦੀ ਹੈ ਤਾਂ ਕੀ ਕਰਦੇ ਨੇ? ਤਾਂ ਜਦੋਂ ਮੈਟਲ ਆਕਸਾਈਡ ਜਿਹੜੇ ਹੈਗੇ ਨੇ ਔਨ ਰਿਐਕਸ਼ਨ ਵਿਦ ਵਾਟਰ ਫੋਰਮ ਐਲਕਲੀਜ਼। ਜਿਹੜੇ ਮੈਟਲਸ ਆਕਸਾਈਡ ਜਿਹੜੇ ਵਾਟਰ ਦੇ ਨਾਲ ਰਿਐਕਟ ਕਰਦੇ ਨੇ ਤਾਂ ਉਹ ਕੀ ਬਣਾ ਲੈਂਦੇ ਨੇ? ਅਲਕਲੀਜ਼ ਬਣਾਉਂਦੇ ਨੇ। ਕਲੀਅਰ। ਤਾਂ ਦੇਖੋ ਜਿਵੇਂ ਰਿਐਕਟ ਵਿਦ ਕਈ ਜਿਹੜੇ ਹੈਗੇ ਨੇ ਉਹ ਰਿਐਕਟ ਵਿਦ ਹੌਟ ਵਾਟਰ ਨਾਲ ਰਿਐਕਟ ਕਰ ਲੈਂਦੇ ਨੇ, ਕਈ ਕੋਲਡ ਵਾਟਰ ਨਾਲ ਹੀ ਰਿਐਕਟ ਕਰਦੇ ਨੇ, ਕਈ ਜਿਹੜੇ ਹੈਗੇ ਨੇ ਰਿਐਕਟ ਵਿਦ ਸਟੀਮ ਓਨਲੀ, ਕਈ ਸਿਰਫ ਸਟੀਮ ਨਾਲ ਹੀ ਰਿਐਕਟ ਕਰਦੇ ਨੇ। ਜਿਵੇਂ ਆਪਾਂ ਦੇਖੀਏ ਕੋਲਡ ਵਾਟਰ ਨਾਲ ਰਿਐਕਟ ਕਰਨ ਵਾਲੇ ਜਿਵੇਂ ਸਭ ਤੋਂ ਜਿਹੜੇ ਜ਼ਿਆਦਾ ਹੈ ਨਾ ਉਹ ਨੇ ਜਿਵੇਂ ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ। ਇਹ ਮਤਲਬ ਜਿਹੜਾ ਕੋਲਡ ਵਾਟਰ ਆ ਉਹਦੇ ਨਾਲ ਰਿਐਕਟ ਕਰ ਲੈਣਗੇ। ਅਤੇ ਜਿਹੜੇ ਆਪਣਾ ਮੈਗਨੀਸ਼ੀਅਮ ਹੋ ਗਿਆ ਇਹ ਹੌਟ ਵਾਟਰ ਨਾਲ ਰਿਐਕਟ ਕਰੂਗਾ। ਅਤੇ ਜਿਹੜੇ ਆਇਰਨ, ਐਲੂਮੀਨੀਅਮ ਅਤੇ ਜ਼ਿੰਕ ਹੈਗੇ ਨੇ ਇਹ ਸਿਰਫ ਸਟੀਮ ਨਾਲ ਰਿਐਕਟ ਕਰਦੇ ਨੇ, ਮਤਲਬ ਇਹ ਨਾ ਕੋਲਡ ਵਾਟਰ ਨਾਲ ਨਾ ਹੌਟ ਵਾਟਰ ਨਾਲ ਰਿਐਕਟ ਨਹੀਂ ਕਰਦੇ। ਕਲੀਅਰ। ਤਾਂ ਇਹਨਾਂ ਦੀਆਂ ਵੀ ਕੁਛ ਰਿਐਕਸ਼ਨਸ ਜਿਹੜੀਆਂ ਹੈਗੀਆਂ ਨੇ ਆ ਹੈਗੀਆਂ, ਇਹਨਾਂ ਨੂੰ ਨੋਟ ਕਰ ਲਓ। ਠੀਕ ਹੈ, ਚਲੋ ਜੀ ਨੈਕਸਟ ਆਪਾਂ ਦੇਖਦੇ ਹਾਂ ਜਦੋਂ ਮੈਟਲਸ ਜਿਹੜੇ ਹੈਗੇ ਨੇ ਰਿਐਕਟ ਕਰਦੇ ਨੇ ਵਿਦ ਐਸਿਡਸ। ਐਸਿਡਸ ਨਾਲ ਕਿਵੇਂ ਰਿਐਕਟ ਕਰਦੇ ਨੇ? ਜਦੋਂ ਐਸਿਡਸ ਨਾਲ ਰਿਐਕਟ ਕਰਨਗੇ ਨਾ ਮੈਟਲਸ ਤਾਂ ਇਹ ਹਾਈਡਰੋਜਨ ਗੈਸ ਇਵੋਲਵ ਕਰਨਗੇ, ਮਤਲਬ ਲਿਬਰੇਟ ਕਰਨਗੇ। ਠੀਕ ਹੈ, ਅਤੇ ਇੱਕ ਸਾਲਟ ਬਣਾਉਣਗੇ। ਇਹ ਕੀ ਬਣਾਉਣਗੇ? ਸਾਲਟ। ਤਾਂ ਮੈਟਲ ਪਲੱਸ ਡਾਇਲਿਊਟ ਐਸਿਡ ਇਜ਼ ਇਕੁਅਲ ਟੂ ਸਾਲਟ ਅਤੇ ਪਲੱਸ ਹਾਈਡਰੋਜਨ ਗੈਸ। ਤਾਂ ਹੁਣ ਦੇਖੋ ਆਇਰਨ ਜਦੋਂ HCl ਮਤਲਬ ਹਾਈਡਰੋਕਲੋਰਿਕ ਐਸਿਡ ਨਾਲ ਰਿਐਕਟ ਕਰ ਰਿਹਾ ਆ ਤਾਂ ਆਇਰਨ ਕਲੋਰਾਈਡ ਬਣਾ ਰਿਹਾ ਅਤੇ ਹਾਈਡਰੋਜਨ ਗੈਸ ਜਿਹੜੀ ਹੈਗੀ ਇਵੋਲਵ ਹੋ ਰਹੀ ਹੈਗੀ। ਠੀਕ ਹੈ, ਲਿਬਰੇਟ ਹੋ ਰਹੀ ਹੈਗੀ। ਤਾਂ ਇੱਦਾਂ ਹੀ ਆਇਰਨ, ਮੈਗਨੀਸ਼ੀਅਮ, ਜ਼ਿੰਕ ਅਤੇ ਐਲੂਮੀਨੀਅਮ ਇਹ ਸਾਰੇ ਜਣੇ ਐਵੇਂ ਹੀ ਕਰਦੇ ਨੇ। ਠੀਕ ਹੈ। ਤਾਂ ਉਹ ਤੋਂ ਬਾਅਦ ਆਪਾਂ ਕਾਪਰ, ਮਰਕਰੀ ਅਤੇ ਸਿਲਵਰ ਜਿਹੜੇ ਹੈਗੇ ਨੇ ਆਪਾਂ ਦੇਖਣੇ ਨੇ ਵੀ ਉਹ ਰਿਐਕਟ ਨਹੀਂ ਕਰਦੇ ਹੈਗੇ ਡਾਇਲਿਊਟ ਐਸਿਡਸ ਨਾਲ। ਕਲੀਅਰ। ਤਾਂ ਹਾਈਡਰੋਜਨ ਗੈਸ ਪ੍ਰੋਡਿਊਸਡ ਇਨ ਆਕਸੀਡਾਈਜ਼ਡ ਵਾਟਰ ਦਿਸ ਹੈਪਨਸ ਬਿਕਾਜ਼ HNO3 ਇਜ਼ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਐਂਡ ਮੈਟਲਸ ਰਿਐਕਟ ਵਿਦ ਠੀਕ ਹੈ, ਇਹ ਹੁੰਦਾ। ਹੁਣ ਨੈਕਸਟ ਆਪਾਂ ਦੇਖੀਏ ਤਾਂ ਜਿਹੜੇ ਸਾਰੇ ਮੈਟਲਸ ਹੈਗੇ ਨੇ ਉਹਨਾਂ ਦੀ ਰਿਐਕਟੀਵਿਟੀ ਸੀਰੀਜ਼ ਬਣਦੀ ਹੈ। ਠੀਕ ਹੈ ਨਾ, ਉਹਨਾਂ ਦੀ ਕੀ ਬਣਦੀ ਹੈ? ਰਿਐਕਟੀਵਿਟੀ ਸੀਰੀਜ਼। ਰਿਐਕਟੀਵਿਟੀ ਸੀਰੀਜ਼ ਦੇ ਵਿੱਚ ਕੀ ਆ? ਰਿਐਕਟੀਵਿਟੀ ਸੀਰੀਜ਼ ਦੇ ਵਿੱਚ ਇਹ ਆ ਵੀ ਆਪਾਂ ਨੇ ਇਹ ਯਾਦ ਕਰਨਾ। ਠੀਕ ਹੈ, ਯਾਦ ਕਿਵੇਂ ਕਰਨਾ? ਇਹ ਇੱਕ ਨਮੋਨਿਕ ਜਿਹਾ ਬਣਾਇਆ ਹੈਗਾ। ਕਟਰੀਨਾ ਨੇ ਕਾਰ ਮੰਗੀ ਆਲਟੋ ਜ਼ੈਨ ਫਰਾਰੀ।
ਕੈਟਰੀਨਾ ਨੇ ਕਾਰ ਮੰਗੀ ਆਲਟੋ ਜ਼ੈਨ ਫਰਾਰੀ ਪੰਜਾਬ ਤੋਂ, ਠੀਕ ਹੈ। ਕਿਉਂ ਹੈਗੀ ਅੱਗੇ ਪਲੇਟ, ਠੀਕ ਹੈ, ਕਿਉਂ ਹੈਗੀ ਅੱਗੇ ਉਹ ਪਲੇਟ, ਉਹ ਪਲੇਟ ਦਾ ਮਤਲਬ ਜਿਹੜਾ ਪੀ ਬੀ ਹੈ ਉਹ ਨੀਚੇ ਆ ਜਾਊਗਾ, ਠੀਕ ਹੈ। ਕਿਉਂ ਹੈਗੀ ਅੱਗੇ ਉਹ ਪਲੇਟ, ਕਲੀਅਰ। ਤਾਂ ਇਹ ਆਪਾਂ ਐਵੇਂ ਯਾਦ ਕਰ ਲੈਣਾ। ਅਤੇ ਮੋਸਟ ਐਕਟਿਵ ਜਿਹੜੇ ਹੈਗੇ ਨੇ ਇਹਦੇ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਐਲੂਮੀਨੀਅਮ ਅਤੇ ਜ਼ਿੰਕ ਆਉਂਦੇ ਨੇ। ਅਤੇ ਜਿਹੜੇ ਜਦੋਂ ਨੀਚੇ ਨੂੰ ਜਾਈਏ ਤਾਂ ਆਪਾਂ ਹੈਗੀ ਆ ਲੈਵਲ ਘਟਦਾ ਜਾਂਦਾ, ਤਾਂ ਸਭ ਤੋਂ ਲੀਸਟ ਐਕਟਿਵ ਜਿਹੜੇ ਹੈਗੇ ਨੇ ਗੋਲਡ ਹੋ ਗਿਆ, ਸਿਲਵਰ ਹੋ ਗਿਆ, ਪਲੈਟੀਨਮ ਹੋ ਗਿਆ, ਹੈ ਨਾ, ਐਟਸੈਕਟਰਾ। ਤਾਂ ਇਹ ਕੁਛ ਆਪਣੇ ਚੀਜ਼ਾਂ ਹੈਗੀਆਂ। ਤਾਂ ਰਿਐਕਸ਼ਨ ਵਿਦ ਮੈਟਲਸ ਐਂਡ ਨੋਨ ਮੈਟਲਸ, reactivity of elements can be understood as a tendency to attain a completely filled valence shells. Atoms of the metals can lose electrons from valence shells to form cations. The atoms of the non-metals can gain electrons in the valence shell to form anions. ਇਹ very important, ਠੀਕ ਹੈ। ਜਦੋਂ ਐਟਮਸ ਜਿਹੜੇ ਮੈਟਲਸ ਅਤੇ ਨੋਨ ਮੈਟਲਸ ਨੇ, ਜਦੋਂ ਉਹਨਾਂ 'ਚ ਰਿਐਕਸ਼ਨ ਹੁੰਦੀ ਆ ਤਾਂ ਜਿਹੜੇ ਮੈਟਲਸ ਜਿਹੜੇ ਹੈਗੇ ਉਹ ਲੂਜ਼ ਕਰਦੇ ਨੇ ਆਪਣੇ ਇਲੈਕਟ੍ਰੋਨਸ ਵੈਲੈਂਸ ਸ਼ੈੱਲ ਦੇ ਵਿੱਚੋਂ, ਕਿਉਂਕਿ ਉਹਨਾਂ ਦੇ ਕੋਲ ਐਕਸੈਸ ਦੇ ਵਿੱਚ ਇਲੈਕਟ੍ਰੋਨਸ ਹੁੰਦੇ ਨੇ, ਤਾਂ ਉਹ ਲੂਜ਼ ਕਰਦੇ ਨੇ ਅਤੇ ਉਹ ਬਣਾਉਂਦੇ ਨੇ ਪੋਜ਼ੀਟਿਵ ਆਇਨ, ਜਿਨ੍ਹਾਂ ਨੂੰ ਕੈਟਾਇਨਸ ਕਹਿੰਦੇ ਨੇ। ਅਤੇ ਜਦੋਂ ਜਿਹੜੇ ਨੋਨ ਮੈਟਲਸ ਨੇ ਉਹ ਗੇਨ ਕਰਦੇ ਨੇ ਤਾਂ ਉਹ ਬਣਾਉਂਦੇ ਨੇ ਨੈਗੇਟਿਵ ਆਇਨਸ, ਜਿਨ੍ਹਾਂ ਨੂੰ ਅਨਾਇਨਸ ਕਹਿੰਦੇ ਨੇ। ਓਕੇ, ਤਾਂ ਓਪੋਜ਼ਿਟਲੀ ਚਾਰਜ ਆਇਨ ਜਿਹੜੇ ਹੈਗੇ ਨੇ ਜਦੋਂ ਅਟਰੈਕਟ ਕਰ ਜਾਂਦੇ ਨੇ ਇੱਕ ਦੂਜੇ ਨੂੰ, ਤਾਂ ਉਹ ਜਿਹੜੇ ਖਾਸ ਤਰ੍ਹਾਂ ਦੇ ਕੰਪਾਊਂਡ ਬਣਾਉਂਦੇ ਨੇ, ਜਿਨ੍ਹਾਂ ਨੂੰ ਆਇਨਿਕ ਕੰਪਾਊਂਡਸ ਕਿਹਾ ਜਾਂਦਾ। ਜਦੋਂ ਮੈਟਲਸ ਨੋਨ ਮੈਟਲ ਨਾਲ ਰਿਐਕਟ ਕਰਕੇ ਜਦੋਂ ਇੱਕ ਕੰਪਾਊਂਡ ਬਣਾਉਂਦਾ ਆ, ਉਸ ਕੰਪਾਊਂਡ ਨੂੰ ਆਇਨਿਕ ਕੰਪਾਊਂਡ ਕਿਹਾ ਜਾਂਦਾ, ਕਿਉਂਕਿ ਉਹਨਾਂ ਦੀ ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਆ ਉਹ ਬਹੁਤ ਸਟਰੋਂਗ ਹੁੰਦੀ ਆ, ਕਲੀਅਰ। ਤਾਂ ਜਿਵੇਂ Mg ਹੈਗਾ ਮੈਗਨੀਸ਼ੀਅਮ, ਅਤੇ ਐਵੇਂ ਕਲੋਰੀਨ ਹੈਗਾ, ਮੈਗਨੀਸ਼ੀਅਮ ਜਿਹੜਾ ਹੈਗਾ ਉਹ ਹੈਗਾ ਮੈਟਲ, ਕਲੋਰੀਨ ਹੈਗਾ ਤੁਹਾਡਾ ਨੋਨ ਮੈਟਲ। ਹੁਣ ਮੈਗਨੀਸ਼ੀਅਮ ਦੇ ਕੋਲ ਕੀ ਹੈ, ਮੈਗਨੀਸ਼ੀਅਮ ਦੀ ਜਿਹੜੀ ਆਪਾਂ ਉਹ ਦੇਖਣੀ ਆ, ਫੋਰਮੇਸ਼ਨ ਦੇਖਣੀ ਆ, ਉਹ ਹੈਗੀ ਆ 287, ਠੀਕ ਹੈ। ਅਤੇ ਜਿਹੜੀ ਕਲੋਰੀਨ ਦੀ ਆ ਉਹ ਹੈਗੀ ਆ 281, ਅਤੇ ਜਿਹੜੀ ਕਲੋਰੀਨ ਦੀ ਉਹ ਹੈਗੀ 287। ਅਤੇ ਜਦੋਂ ਮੈਗਨੀਸ਼ੀਅਮ ਦੀ 281 ਆ ਤਾਂ ਉਹ 1 ਇਲੈਕਟ੍ਰੋਨ ਕੀ ਕਰ ਦੂਗਾ, ਆਪਣਾ ਲੂਜ਼ ਕਰ ਦੂਗਾ, ਅਤੇ ਮੈਗਨੀਸ਼ੀਅਮ ਦੀ ਜਿਹਦੀ 287 ਆ ਉਹਨੂੰ ਗੇਨ ਕਰ ਲੂਗਾ। ਅਤੇ ਇੱਦਾਂ ਹੀ ਉਹ ਇਹਨਾਂ ਦੇ ਵਿੱਚ ਕੀ ਹੋ ਜੂਗਾ, ਆਦਾਨ ਪ੍ਰਦਾਨ ਹੋ ਜੂਗਾ ਕਿਹਦਾ, ਆਇਨਸ ਦਾ, ਅਤੇ ਇਹ ਬਣਾ ਲਾਂਗੇ ਮੈਗਨੀਸ਼ੀਅਮ ਕਲੋਰਾਈਡ, ਜਿਵੇਂ ਕਿ ਇਹ ਬਣਾਇਆ ਹੋਇਆ, ਠੀਕ ਹੈ। ਅਤੇ ਜਿਹੜੀਆਂ ਪ੍ਰੋਪਰਟੀਜ਼ ਨੇ ਆਇਨਿਕ ਕੰਪਾਊਂਡ ਦੀਆਂ, ਵੈਰੀ ਇੰਪੋਰਟੈਂਟ ਦੇਖੋ। ਆਇਨਿਕ ਕੰਪਾਊਂਡ ਦੀ ਪ੍ਰੋਪਰਟੀਜ਼ ਸਭ ਤੋਂ ਪਹਿਲੀ ਹੈਗੀ ਵੀ ਸੋਲਿਡ ਅਤੇ ਮੋਸਟਲੀ ਬ੍ਰਿਟਲ ਹੁੰਦੇ ਨੇ, ਸੋਲਿਡ ਹੁੰਦੇ ਨੇ, ਮੋਸਟਲੀ ਬ੍ਰਿਟਲ। ਅਤੇ ਦੂਜੀ ਗੱਲ ਹੈ ਇਹਨਾਂ ਦਾ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਹਾਈ ਹੁੰਦਾ। ਮੋਰ ਐਨਰਜੀ ਇਜ਼ ਰਿਕੁਆਇਰਡ ਟੂ ਬ੍ਰੇਕ ਦਾ ਸਟਰੋਂਗ ਇੰਟਰ ਆਇਨਿਕ ਅਟਰੈਕਸ਼ਨ। ਜਿਹੜੀ ਇਹਨਾਂ ਦੇ ਵਿਚਲੀ ਅਟਰੈਕਸ਼ਨ ਆ ਉਹਨੂੰ ਤੋੜਨ ਲਈ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਪੈਂਦੀ ਆ। ਅਤੇ ਥਰਡ ਵਨ ਹੈਗਾ ਜਨਰਲੀ ਸੋਲੇਬਲ ਇਨ ਵਾਟਰ ਐਂਡ ਇਨਸੋਲੇਬਲ ਇਨ ਦਾ ਕੈਰੋਸੀਨ ਐਂਡ ਪੈਟਰੋਲ। ਪੈਟਰੋਲ ਅਤੇ ਕੈਰੋਸੀਨ ਆਇਲ ਦੇ ਵਿੱਚ ਤਾਂ ਇਹ ਘੁਲਦੇ ਨਹੀਂ ਹੈਗੇ, ਬਟ ਇਹ ਵਾਟਰ ਦੇ ਵਿੱਚ ਘੁਲ ਜਾਂਦੇ ਨੇ। ਨੈਕਸਟ ਜਿਹੜਾ ਹੈਗਾ ਉਹ ਆਪਣਾ ਹੈਗਾ ਕੰਡਕਟ ਇਲੈਕਟ੍ਰੀਸਿਟੀ ਇਨ ਦਾ ਸੋਲਿਊਸ਼ਨ ਇਨ ਮੋਲਟਨ ਸਟੇਟ, ਇਨ ਬੋਥ ਕੇਸਿਸ ਫਰੀ ਆਇਨਸ ਆਰ ਫੋਰਮਡ ਐਂਡ ਕੰਡਕਟ ਇਲੈਕਟ੍ਰੀਸਿਟੀ। ਤਾਂ ਜਿਹੜੇ ਇਲੈਕਟ੍ਰੀਸਿਟੀ ਆ ਉਹਨੂੰ ਕੰਡਕਟ ਇਹ ਜ਼ਰੂਰ ਕਰਦੇ ਨੇ, ਕਲੀਅਰ। ਤਾਂ ਇਹ ਆਪਣਾ ਫਸਟ ਲੈਕਚਰ ਆ ਤੁਹਾਡਾ ਉਹਦੇ 'ਤੇ ਮੈਟਲਸ ਐਂਡ ਨੋਨ ਮੈਟਲਸ 'ਤੇ। ਨੈਕਸਟ ਲੈਕਚਰ 'ਚ ਫਿਰ ਮਿਲਦੇ ਹਾਂ। ਥੈਂਕ ਯੂ।